ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਨੰਦ ਸਿੰਘ ਜੀ ਨੂੰ ਹੁਣ ਬਾਗੇ ਆਇਆਂ ਨੂੰ ਮਹੀਨਾ ਕੁ ਹੋ ਚੁੱਕਿਆ ਸੀ। ਇਸੇ ਤਰ੍ਹਾਂ ਨਿਰੰਕਾਰ ਦੇ ਹੁਕਮ ਅਨੁਸਾਰ ਵਿਚਰਦੇ ਹੋਏ ਆਪ ਜੀ ਚੂਹਨੀਏ ਪਹੁੰਚੇ। ਸ਼ਹਿਰ ਤੋਂ 2.5 ਕੁ ਮੀਲ ਦੂਰ ਆਪ ਜੀ ਨੇ ਨਹਿਰ ਦੇ ਸੂਏ ਕੋਲ ਆਸਣ ਰੱਖਿਆ। ਹਨੇਰੇ ਵਿੱਚ ਦੀਵੇ ਜਗਦੇ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਹੈ। ਉਵੇਂ ਹੀ ਕਰਨੀ ਕਮਾਈ ਵਾਲੇ ਮਹਾਂਪੁਰਖਾਂ ਦਾ ਪ੍ਰਤਾਪ 10 ਦਿਸ਼ਾਵਾਂ ਵਿੱਚ ਸੁੱਤੇ ਹੀ ਪ੍ਰਗਟ ਹੋ ਜਾਂਦਾ ਹੈ। ਸੁਲੱਖਣ ਸਿੰਘ ਦੇ ਕੰਨੀ ਵੀ ਬਾਬਾ ਜੀ ਦੀ ਸੋਭਾ ਪਈ। ਸੁਣਦੇ ਸਾਰ ਹੀ ਮਨ ਵਿੱਚ ਦਰਸ਼ਨਾਂ ਦੀ ਲਾਲਸਾ ਪੈਦਾ ਹੋਈ, ਪਰ ਕਦੇ-ਕਦੇ ਮਨ ਵਿੱਚ ਸ਼ੰਕਾ ਵੀ ਉੱਠਦਾ ਕਿ ਪਤਾ ਨਹੀਂ ਐਨੀ ਪਹੁੰਚ ਵਾਲੇ ਹੈਨ ਵੀ ਜਿੰਨੀ ਬਾਰੇ ਸੁਣਿਆ ਹੈ। ਬੰਦੇ ਦਾ ਮਨ ਸ਼ੰਕਿਆ ਦਾ ਘਰ ਹੈ। ਜਿਸ ਕੋਲੋਂ ਬੰਦੇ ਨੂੰ ਕੋਈ ਲੋੜ ਹੋਵੇ ਪਹਿਲਾਂ ਉਸ 'ਤੇ ਸ਼ੰਕਾ ਕਰਦਾ ਹੈ ਕਿ ਪਤਾ ਨਹੀਂ ਇਹ ਕੰਮ ਕਰ ਵੀ ਸਕਦਾ ਹੈ ਜਾਂ ਨਹੀਂ। ਕਈ ਵਾਰ ਇਹ ਸ਼ੰਕਾ ਬੰਦੇ ਦਾ ਫਾਇਦਾ ਵੀ ਕਰਾ ਦਿੰਦੀ ਹੈ। ਸੁਲੱਖਣ ਸਿੰਘ ਜੋ ਪੇਸ਼ੇ ਵਜੋਂ ਦਰਜੀ ਸੀ ਨੇ ਵਿਚਾਰ ਬਣਾਇਆ ਕਿ ਦਰਸ਼ਨ ਕਰ ਆਉਂਦੇ ਹਾਂ। ਜੇ ਰੱਬ ਤੱਕ ਪਹੁੰਚੇ ਹੋਣਗੇ ਨਾਂ ਲੈ ਕੇ ਬੁਲਾਉਣਗੇ ਅਤੇ ਮਨ ਦੀ ਗੱਲ ਬੁੱਝਣਗੇ। ਇਹ ਵਿਚਾਰ ਬਣਾ ਕੇ ਇੱਕ ਦਿਨ ਜਾ ਪਹੁੰਚਿਆ ਦਰਸ਼ਨਾਂ ਨੂੰ, ਪਰ ਮੱਥਾ ਨਾ ਟੇਕਿਆ ਅਤੇ ਦੂਰ ਹੀ ਖੜਾ ਰਿਹਾ। ਬਾਬਾ ਜੀ ਨੇ ਜਦ ਇਸ ਵੱਲ ਤੱਕਿਆ ਤਾਂ ਨਜ਼ਰਾਂ ਝੁਕ ਗਈਆਂ। ਕਿਉਂ ਭਾਈ ਸੁਲੱਖਣ ਸਿਆਂ, ਕੀ ਲੈਣ ਆਇਆ ਏ? ਆਤਮਾ ਨਾਲ ਸੱਦੇ ਤੋਂ ਆਉਣਾ ਸੀ, ਪਹਿਲੋਂ ਹੀ ਆ ਗਿਆ। ਬਾਬਾ ਜੀ ਨੇ ਮੁਸਕਰਾ ਕੇ ਬਚਨ ਕੀਤਾ। ਸੁਣਦੇ ਸਾਰ ਹੀ ਸੁਲੱਖਣ ਸਿੰਘ ਹੈਰਾਨੀ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ। ਕਰਨੀ ਕੱਪੜਿਆਂ 'ਚੋਂ ਲੀਰਾਂ ਦੀ ਚੋਰੀ ਤੇ ਕਹਿਣਾ ਅੰਤਰਯਾਮਤਾ ਦਿਖਾਉਣ। ਬਾਬਾ ਜੀ ਨੇ ਤਾੜਨਾ ਦੇ ਲਹਿਜੇ ਵਿੱਚ ਕਿਹਾ, ਭੁੱਲੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਮਹਾਂਪੁਰਖ ਕਈ ਵਾਰ ਤਾੜਨਾ ਵੀ ਕਰਦੇ ਨੇ, ਜੋ ਉਸ ਸਮੇਂ ਭਾਵੇਂ ਸੁਣਨ ਨੂੰ ਕੌੜੀ ਲੱਗੇ ਨਿੰਮ ਵਾਂਗ, ਪਰ ਕਈ ਤਰ੍ਹਾਂ ਦੇ ਰੋਗ ਦੂਰ ਕਰ ਦਿੰਦੀ ਹੈ। ਮਹਾਂਪੁਰਖ ਦੁਨੀਆ ਵੱਲੋਂ ਬੇਪਰਵਾਹ ਹੁੰਦੇ ਹਨ, ਪਰ ਨਿਰੰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਸੁਲੱਖਣ ਸਿੰਘ ਜਿਹੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਅੰਤਰਯਾਮਤਾ ਵੀ ਦਿਖਾਉਣੀ ਪੈਂਦੀ ਹੈ। ਬਾਬਾ ਜੀ ਦਾ ਬਚਨ ਸੁਣਨ ਸਾਰ ਹੀ ਸੁਲੱਖਣ ਸਿੰਘ ਕਟੇ ਹੋਏ ਡਾਹਣੇ ਵਾਂਗ ਬਾਬਾ ਜੀ ਦੇ ਚਰਨਾਂ 'ਤੇ ਡਿੱਗ ਪਿਆ। ਮਨ ਵਿਚਲਾ ਭਰਮ ਅੱਖਾਂ ਵਿੱਚੋਂ ਹੰਝੂ ਬਣ ਕੇ ਨਿਕਲਣ ਲੱਗਾ। ਬਖਸ਼ ਲਓ ਬਾਬਾ ਜੀ, ਬਖਸ਼ ਲਓ। ਉਸ ਦੀ ਬੇਨਤੀ ਸੁਣ ਕੇ ਹਜ਼ੂਰ ਨੇ ਉਸ ਨੂੰ ਉਠਾਇਆ ਅਤੇ ਕਿਹਾ, ਬਸ ਭਾਈ ਉੱਠ, ਸੰਗਤ ਕਰਿਆ ਕਰ। ਇਸ 'ਤੇ ਐਸਾ ਅਸਰ ਹੋਇਆ ਕਿ ਰੋਜ਼ ਦਾ ਸਤਸੰਗੀ ਬਣ ਗਿਆ। ਆਪਣੀ ਸਮਰੱਥਾ ਅਨੁਸਾਰ ਸੇਵਾ ਵੀ ਕਰਦਾ। ਵੈਸੇ ਤਾਂ ਸਾਰਾ ਸੰਸਾਰ ਆਪਣੀ ਸਮਝ ਅਨੁਸਾਰ ਸੇਵਾ ਕਰਦਾ ਹੈ, ਕੋਈ ਰਿਸ਼ਤੇਦਾਰਾਂ ਦੀ, ਕੋਈ ਮਿੱਤਰਾਂ ਦੀ, ਕੋਈ ਸੰਬੰਧੀਆਂ ਦੀ ਅਤੇ ਕੋਈ ਪਰਉਪਕਾਰੀ ਬੇਸਹਾਰੇ ਲੋਕਾਂ ਦੀ। ਪਰ ਅੱਜ ਕੱਲ੍ਹ ਲੋਕੀ ਸਵਾਰਥ ਵਾਸਤੇ ਹੀ ਸੇਵਾ ਕਰਦੇ ਨੇ ਅਤੇ ਸਵਾਰਥ ਪੂਰਾ ਹੋ ਜਾਣ 'ਤੇ ਕਿਨਾਰਾ ਕਰ ਜਾਂਦੇ ਹਨ। ਅਜਿਹੇ ਸਮੇਂ ਵਿੱਚ ਬਾਬਾ ਜੀ ਵਰਗੇ ਮਹਾਂਪੁਰਖਾਂ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਨੀ ਬੜੇ ਉੱਤਮ ਭਾਗਾਂ ਦੀ ਨਿਸ਼ਾਨੀ ਹੈ, ਕਿਉਂਕਿ ਕਬੀਰ ਸੇਵਾ ਕੋ ਦੁਏ, ਭਲੇ ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਇੱਕ ਦਿਨ ਸੁਲੱਖਣ ਸਿੰਘ ਦੇ ਮਨ ਵਿੱਚ ਫੁਰਨਾ ਪੈਦਾ ਹੋਇਆ ਕਿ ਕਿਉਂ ਨਾ ਮਹਾਂਪੁਰਖਾਂ ਵਾਸਤੇ ਕਛਹਿਰੇ ਸਿਉਂ ਕੇ ਲੈ ਜਾਵਾਂ। ਕੱਪੜੇ ਵੀ ਲੈ ਆਂਦੇ, ਪਰ ਮੁਸ਼ਕਲ ਇਹ ਸੀ ਕਿ ਕਛਹਿਰੇ ਸਿਉਣੇ ਨਹੀਂ ਸੀ ਆਉਂਦੇ। ਕੁਝ ਚਿਰ ਤਾਂ ਉਸ ਨੂੰ ਸਮਝ ਨਾ ਆਈ ਕਿ ਕੀ ਕਰੇ, ਪਰ ਫਿਰ ਖਿਆਲ ਆਇਆ ਕਿ ਬਾਬਾ ਜੀ ਜਦ ਦਿਲ ਦੀ ਗੱਲ ਬੁੱਝ ਸਕਦੇ ਹਨ ਤਾਂ ਕਛਹਿਰੇ ਵੀ ਆਪ ਹੀ ਸਿਉਣਗੇ। ਇਹ ਵਿਚਾਰ ਕਰਕੇ ਅਰਦਾਸ ਕੀਤੀ ਅਤੇ ਕਛਹਿਰੇ ਸਿਉਣ ਬਹਿ ਗਿਆ। ਪਤਾ ਹੀ ਨਾ ਲੱਗਾ ਕਿਵੇਂ ਇੱਕ ਕਛਹਿਰਾ ਸਿਉਂਤਾ ਗਿਆ। ਖੁਸ਼ੀ ਵਿੱਚ ਉਸੇ ਵੇਲੇ ਕਛਹਿਰਾ ਲੈ ਕੇ ਦਰਸ਼ਨਾਂ ਨੂੰ ਪਹੁੰਚਿਆ। ਬਾਬਾ ਜੀ ਉਸ ਵੇਲੇ ਸੂਏ ਵਿੱਚ ਇਸ਼ਨਾਨ ਕਰ ਰਹੇ ਸੀ। ਇਸ ਨੇ ਨਵਾਂ ਕਛਹਿਰਾ ਉੱਥੇ ਰੱਖ ਦਿੱਤਾ ਅਤੇ ਇੱਕ ਪਾਸੇ ਹੋ ਕੇ ਖੜ ਗਿਆ। ਬਾਬਾ ਜੀ ਨੇ ਇਸ਼ਨਾਨ ਤੋਂ ਉਪਰੰਤ ਇਸ ਕਛਹਿਰਾ ਦੇ ਰੂਪ ਵਿੱਚ ਸੁਲੱਖਣ ਸਿੰਘ ਦੀ ਸੇਵਾ ਨੂੰ ਪ੍ਰਵਾਨ ਕਰ ਲਿਆ। ਅਗਲੇ ਦਿਨ ਇਸੇ ਤਰ੍ਹਾਂ ਦੂਸਰਾ ਕਛਹਿਰਾ ਲੈ ਕੇ ਆਇਆ। ਇਸ ਨੂੰ ਵੀ ਹਜ਼ੂਰ ਨੇ ਪ੍ਰਵਾਨ ਕੀਤਾ। ਨਿਰੰਕਾਰ ਅਤੇ ਉਸ ਦੇ ਪੁੱਤਰ ਪ੍ਰੇਮ ਦੇ ਭੁੱਖੇ ਹੁੰਦੇ ਹਨ। ਇਹਨਾਂ ਨੂੰ ਕਿਸੇ ਚੀਜ਼ ਨਾਲ ਵਸ ਨਹੀਂ ਕੀਤਾ ਜਾ ਸਕਦਾ, ਪਰ ਪ੍ਰੇਮ ਦਾ ਬੰਧਨ, ਭਾਵਨਾ ਦਾ ਬੰਧਨ ਇਹਨਾਂ ਲਈ
ਤੋੜਨਾ ਮੁਸ਼ਕਲ ਹੋ ਜਾਂਦਾ ਹੈ। ਨਿਰੰਕਾਰ ਵੀ ਮਹਾਂਪੁਰਖ ਨੂੰ ਪ੍ਰੇਰ ਕੇ ਭਾਵਨਾ ਵਾਲਿਆਂ ਦੀ ਭਾਵਨਾ ਪੂਰੀ ਕਰਦਾ ਹੈ। ਜਿਵੇਂ ਕ੍ਰਿਸ਼ਨ ਜੀ ਨੇ ਸੁਦਾਮਾ ਦੇ ਕੱਚੇ ਚੌਲ ਪ੍ਰਵਾਨ ਕੀਤੇ, ਬਿਦਰ ਦੇ ਘਰ ਕੇਲਿਆਂ ਦੇ ਛਿਲਕੇ ਪ੍ਰੇਮ ਨਾਲ ਛਕੇ ਅਤੇ ਰਾਮ ਨੇ ਬੇਰ ਖਾ ਕੇ ਭੀਲਨੀ ਦੀ ਸ਼ਰਧਾ ਨੂੰ ਫਲ ਲਾਏ। ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਨਿਰੰਕਾਰ ਆਪ ਵੀ ਭਾਈ ਲਾਲੋ ਵਰਗਿਆਂ ਦਾ ਪ੍ਰੇਮ ਪਾ ਕੇ ਪ੍ਰਸੰਨ ਹੋਏ ਅਤੇ ਉਹਨਾਂ ਦੀ ਭਾਵਨਾ ਨੂੰ ਪੂਰਾ ਕੀਤਾ। 10ਵੇਂ ਪਾਤਸ਼ਾਹ ਨੇ ਤਾਂ ਸਾਫ਼ ਫੈਸਲਾ ਸੁਣਾ ਦਿੱਤਾ, ਸਾਚ ਕਹੋ ਸੁਨ ਲਿਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸੇ ਤਰ੍ਹਾਂ ਸੁਲੱਖਣ ਸਿੰਘ ਦਾ ਪ੍ਰੇਮ ਦੇਖ ਕੇ ਬਾਬਾ ਜੀ ਨੇ ਇਸ ਦੀ ਸੇਵਾ ਪ੍ਰਵਾਨ ਕੀਤੀ। ਬਾਬਾ ਜੀ ਦੇ ਇਸ ਜਗ੍ਹਾ 'ਤੇ ਆਉਣ ਤੋਂ ਬਾਅਦ ਥੋੜ੍ਹੇ ਹੀ ਦਿਨਾਂ ਵਿੱਚ ਆਪ ਜੀ ਦੀ ਸੋਭਾ ਗੁਲਾਬ ਦੀ ਮਹਿਕ ਵਾਂਗ ਸਾਰੇ ਪਾਸੇ ਫੈਲ ਗਈ ਸੀ ਅਤੇ ਸ਼ਰਧਾਲੂ ਦਰਸ਼ਨਾਂ ਲਈ ਆਉਣ ਲੱਗੇ ਸਨ। ਇਹਨਾਂ ਦੇ ਬੇਨਤੀ ਕਰਨ 'ਤੇ ਆਪ ਜੀ ਨੇ ਇਹਨਾਂ ਪਾਸੋਂ ਭੋਰਾ ਪਟਵਾਉਣ ਦੀ ਸੇਵਾ ਲਈ। ਸੰਗਤ ਵੱਲੋਂ ਪ੍ਰਸ਼ਾਦੇ ਦੀ ਵੀ ਸੇਵਾ ਹੋਣ ਲੱਗੀ, ਪਰ ਆਪ ਜੀ ਨਾ ਮਾਤਰ ਹੀ ਭੋਜਨ ਗ੍ਰਹਿਣ ਕਰਦੇ ਸਨ ਅਤੇ ਬਹੁਤਾ ਸਮਾਂ ਭੋਰੇ ਵਿੱਚ ਸਿਮਰਨ ਵਿੱਚ ਗੁਜ਼ਾਰਦੇ ਸੀ। ਸੰਗਤ ਦੁਆਰਾ ਲਿਆਂਦਾ ਪ੍ਰਸ਼ਾਦਾ ਸੰਗਤ ਵਿੱਚ ਹੀ ਵਰਤਾ ਦਿੱਤਾ ਜਾਂਦਾ ਅਤੇ ਜੋ ਬਚਦਾ ਹੁਕਮ ਅਨੁਸਾਰ ਪਸ਼ੂ ਪੰਛੀਆਂ ਨੂੰ ਪਾ ਦਿੱਤਾ ਜਾਂਦਾ। ਕਦੇ ਕਦੇ ਬਾਬਾ ਜੀ ਸਰਦਾਈ ਵੀ ਛਕ ਲਿਆ ਕਰਦੇ, ਪਰ ਬਹੁਤ ਹੀ ਜ਼ਿਆਦਾ ਘੱਟ। ਇਹਨਾਂ ਦਿਨਾਂ ਵਿੱਚ ਆਪ ਜੀ ਨੇ ਕਠਨ ਤਪੱਸਿਆ ਕੀਤੀ, ਬਹੁਤ ਘੱਟ ਬੋਲਦੇ ਅਤੇ ਬਹੁਤਾ ਚਿਰ ਭੋਰੇ ਵਿੱਚ ਸਮਾਧੀ ਸਥਿਤ ਰਹਿੰਦੇ। ਇਸ ਸਥਾਨ ਤੋਂ ਨੇੜੇ ਹੀ 3 ਡੱਲਾਂ ਸਨ। ਸੇਖਾਂ ਵਾਲੀ ਡੱਲ ਨਾਂ ਦੀ ਡੱਲ, ਜਿਸ ਵਿੱਚ ਥੋੜ੍ਹਾ ਜਿਹਾ ਪਾਣੀ ਸੀ, ਦੀ ਤਹਿ ਤੱਕ ਮੰਜੀ ਰਖਵਾ ਕੇ ਅਤੇ ਪਿੱਛੇ ਡਾਸਨੇ ਦੇ ਰੂਪ ਵਿੱਚ ਤੂੜੀ ਦੀ ਪੰਡ ਲਵਾ ਕੇ ਰਾਤ ਨੂੰ ਇਸ ਉੱਪਰ ਬੈਠ ਕੇ ਨਿਜ ਸਰੂਪ ਵਿੱਚ ਜੁੜਨਾ। ਜਿਨ੍ਹਾਂ ਦੇ ਹਿਰਦੇ ਵਿੱਚ ਆਪਣੇ ਪ੍ਰੀਤਮ ਨੂੰ ਮਿਲਣ ਦੀ ਤਾਂਘ ਹੋਵੇ, ਉਹ ਇੱਕ ਪਲ ਵੀ ਅਜਾਈਂ ਨਹੀਂ ਗਵਾਉਂਦੇ। ਜਿਵੇਂ ਨਦੀ ਸਮੁੰਦਰ ਨੂੰ ਮਿਲਣ ਖਾਤਰ ਵਗਦੀ ਰਹਿੰਦੀ ਹੈ, ਖੜਦੀ ਨਹੀਂ। ਇੱਕ ਸੇਠ ਕੋਲ ਕਰੋੜਾਂ ਦੀ ਜਾਇਦਾਦ ਸੀ, ਪਰ ਕੋਈ ਔਲਾਦ ਨਹੀਂ ਸੀ। ਦਿਨ ਰਾਤ ਉਸ ਨੂੰ ਚਿੰਤਾ ਲੱਗੀ ਰਹਿੰਦੀ ਕਿ ਉਸ ਦੇ ਮਰਨ ਤੋਂ ਬਾਅਦ ਉਸਦੇ ਸ਼ਰੀਕ ਉਸ ਦੀ ਜਾਇਦਾਦ 'ਤੇ ਕਬਜ਼ਾ ਕਰ ਲੈਣਗੇ। ਇਸ ਚਿੰਤਾ ਵਿੱਚ ਨਾ ਉਹ ਚੰਗੀ ਤਰ੍ਹਾਂ ਸੌਂ ਸਕਦਾ ਅਤੇ ਨਾ ਹੀ ਉਸ ਨੂੰ ਭੁੱਖ ਲੱਗਦੀ। ਇੱਕ ਦਿਨ ਉਸ ਸ਼ਹਿਰ ਵਿੱਚ ਨਿਰੰਕਾਰ ਦੇ ਵਰੋਸਾਏ ਸੰਤ ਆਏ। ਸੇਠ ਦੇ ਕੰਨੀ ਵੀ ਉਹਨਾਂ ਦੀ ਸੌ ਪਈ। ਇਸ ਨੇ ਵਿਚਾਰ ਕੀਤਾ ਕਿ ਦਰਸ਼ਨ ਕਰਨੇ ਚਾਹੀਦੇ ਨੇ, ਸ਼ਾਇਦ ਔਲਾਦ ਦੀ ਪ੍ਰਾਪਤੀ ਹੋ ਜਾਵੇ। ਜਦ ਬੰਦੇ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਜਾਣ ਤਾਂ ਉਹ ਰੱਬ ਅਤੇ ਸੰਤਾਂ ਦਾ ਸਹਾਰਾ ਭਾਲਦਾ ਹੈ। ਬਹੁਤ ਸਾਰੀ ਭੇਟਾ ਲੈ ਕੇ ਤੁਰ ਪਿਆ ਦਰਸ਼ਨਾਂ ਨੂੰ। ਰਾਹ ਵਿੱਚ ਕੁਝ ਹੋਰ ਸ਼ਰਧਾਲੂ ਵੀ ਮਹਾਂਪੁਰਖਾਂ ਦੇ ਦਰਸ਼ਨਾਂ ਨੂੰ ਜਾ ਰਹੇ ਸਨ। ਉਹ ਆਪਸ ਵਿੱਚ ਮਹਾਂਪੁਰਖਾਂ ਦੀਆਂ ਸਿਫਤਾਂ ਕਰ ਰਹੇ ਸਨ। ਸੇਠ ਨੇ ਵੀ ਕੁਝ ਗੱਲਾਂ ਸੁਣੀਆਂ, ਜਿਨ੍ਹਾਂ ਨੂੰ ਸੁਣ ਕੇ ਉਹ ਹੈਰਾਨ ਹੋਇਆ। ਸਭ ਤੋਂ ਵੱਧ ਹੈਰਾਨੀ ਉਸ ਨੂੰ ਇਹ ਗੱਲ ਸੁਣ ਕੇ ਹੋਈ ਕਿ ਸੰਤ ਰਾਤ ਨੂੰ ਵੀ ਨਹੀਂ ਸੌਂਦੇ, ਚੌਕੜੀ ਮਾਰ ਕੇ ਬੈਠੇ ਰਹਿੰਦੇ ਹਨ ਅਤੇ ਮਾਲਾ ਫੇਰਦੇ ਰਹਿੰਦੇ ਹਨ। ਦੁਨਿਆਵੀ ਲੋਕਾਂ ਦਾ ਦਿਮਾਗ ਮਾਇਆ ਦੇ ਪ੍ਰਭਾਵ ਨਾਲ ਅਜਿਹਾ ਹੋ ਜਾਂਦਾ ਹੈ ਕਿ ਉਹ ਹਰ ਗੱਲ ਨੂੰ ਆਪਣੇ ਤੰਗ ਨਜ਼ਰੀਏ ਤੋਂ ਦੇਖਦੇ ਹਨ। ਉਹ ਸੋਚਣ ਲੱਗਾ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਸਾਰੀ ਰਾਤ ਜਾਗਦੇ ਰਹਿਣ ਦੀ ਗੱਲ 'ਤੇ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ। ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਲਈ ਉਹ ਮਹਾਂਪੁਰਖਾਂ ਦੇ ਆਸਣ 'ਤੇ ਪਹੁੰਚ ਗਿਆ। ਜਦ ਉਸ ਦੀ ਭੁਗਤਣ ਦੀ ਵਾਰੀ ਆਈ, ਆਪਣੀ ਭੇਟਾ ਰੱਖ ਕੇ ਮੱਥਾ ਟੇਕਿਆ, ਮਹਾਂਪੁਰਖ ਉਸ ਦੇ ਮਨ ਦੀ ਪੱਟੀ ਪੜ੍ਹ ਕੇ ਮੁਸਕਰਾਏ ਅਤੇ ਕਹਿਣ ਲੱਗੇ, ਸੇਠ, ਤੂੰ ਰਾਤ ਨੂੰ ਚੰਗੀ ਤਰ੍ਹਾਂ ਕਿਉਂ ਨਹੀਂ ਸੌਂਦਾ? ਰੋਟੀ ਚੰਗੀ ਤਰ੍ਹਾਂ ਕਿਉਂ ਨਹੀਂ ਖਾਂਦਾ? ਸੇਠ ਸੁਣ ਕੇ ਹੈਰਾਨ ਰਹਿ ਗਿਆ। ਫਿਰ ਕਹਿਣ ਲੱਗਾ, ਮਹਾਰਾਜ, ਜ਼ਮੀਨ ਜਾਇਦਾਦ ਬਹੁਤ ਹੈ, ਪਰ ਕੋਈ ਬੱਚਾ ਨਾ ਹੋਣ ਕਰਕੇ ਚੰਗੀ ਤਰ੍ਹਾਂ ਨੀਂਦ ਨਹੀਂ ਪੈਂਦੀ, ਨਾ ਹੀ ਭੁੱਖ ਲੱਗਦੀ ਹੈ। ਅੱਛਾ ਭਾਈ, ਸਾਨੂੰ ਵੀ ਨਿਰੰਕਾਰ ਦੇ ਵਿਛੋੜੇ ਕਾਰਨ ਨੀਂਦ ਨਹੀਂ ਪੈਂਦੀ। 24 ਘੰਟੇ ਅੱਖਾਂ ਖੁੱਲ੍ਹੀਆਂ ਰੱਖਦੇ ਹਾਂ ਕਿ ਕਿਧਰੇ ਮਿਲਾਪ ਦੀ ਘੜੀ ਨਾ ਲੰਘ ਜਾਵੇ। ਪਰਮਾਤਮਾ ਕਿਧਰੇ ਸੁੱਤੇ ਪਏ ਤੋਂ ਉਹਨਾਂ ਸਾਹਮਣੇ ਦੀ ਲੰਘ ਜਾਵੇ। ਸੁਣ ਕੇ ਸੇਠ ਚਰਨਾਂ 'ਤੇ ਡਿੱਗ ਪਿਆ। ਸਾਉਣ ਭਾਦਰੋਂ ਦੀ ਤਰ੍ਹਾਂ ਨੈਣ ਵਰਸਣ ਲੱਗੇ। ਮਹਾਂਪੁਰਖ ਮਿਹਰ ਦੇ ਘਰ ਵਿੱਚ ਆਏ। ਸੇਠ ਨੂੰ ਨਾਮ ਜਪਣ ਦਾ ਉਪਦੇਸ਼ ਕੀਤਾ, ਜਿਸ ਨਾਲ ਉਸ ਦੀ ਮਨੋਕਾਮਨਾ ਵੀ ਪੂਰੀ ਹੋ ਗਈ ਅਤੇ ਸਾਲ ਪਿੱਛੋਂ ਇੱਕ ਮੁੰਡੇ ਨੇ ਜਨਮ ਲਿਆ।
ਮਹਾਂਪੁਰਖ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਉਪਦੇਸ਼ ਹੀ ਨਹੀਂ ਕਰਦੇ, ਪੂਰਨੇ ਵੀ ਪਾ ਕੇ ਦਿਖਾਉਂਦੇ ਹਨ। ਨਾਮ ਜਪਣ ਦੇ ਪੂਰਨੇ ਪਾ ਕੇ ਸਿਖਲਾਈ ਕਰਾਉਂਦੇ ਹੋਏ ਕੁਝ ਦਿਨ ਚੂਹਣੀਏ ਰਹਿਣ ਤੋਂ ਬਾਅਦ ਆਪ ਜੀ ਦੀਪਾਲਪੁਰ ਤਹਿਸੀਲ ਵਿੱਚ ਭਜਨਗੜ੍ਹ ਨਾਮ ਦੇ ਸਥਾਨ 'ਤੇ ਪਹੁੰਚੇ। ਇੱਥੇ ਸੰਤ ਬਚਨ ਸਿੰਘ ਜੀ ਰਹਿੰਦੇ ਸਨ, ਜੋ ਬੜੀ ਕਰਨੀ ਵਾਲੇ ਸਨ। ਹਰ ਸਾਲ ਸੰਤ ਜੀ ਇੱਥੇ ਜੋੜ ਮੇਲਾ ਲਾਇਆ ਕਰਦੇ ਸੀ, ਜਿਸ ਵਿੱਚ ਬਹੁਤ ਸੰਤ ਸਾਧੂ ਪਹੁੰਚਦੇ ਸਨ। ਬਾਬਾ ਜੀ ਵੀ ਨਿਰੰਕਾਰੀ ਪ੍ਰੇਰਨਾ ਅਨੁਸਾਰ ਇਸ ਜੋੜ ਮੇਲੇ ਵਿੱਚ ਵੀ ਹੀ ਸ਼ਾਮਿਲ ਹੋਣ ਲਈ ਆਏ ਸਨ। ਆਪ ਜੀ ਨੇ ਆਪਣਾ ਆਸਣ ਉਜਾੜ ਵਿੱਚ ਹੀ ਰੱਖਿਆ। ਰੋਜ਼ ਦੀਵਾਨ ਵਿੱਚ ਹਾਜ਼ਰੀ ਭਰਦੇ ਅਤੇ ਫਿਰ ਉਸੇ ਇਕਾਂਤ ਥਾਂ 'ਤੇ ਚਲੇ ਜਾਂਦੇ। ਸਾਰੇ ਸਾਧੂ ਸੰਤ, ਖਾਸ ਕਰ ਸੰਤ ਬਚਨ ਸਿੰਘ ਜੀ, ਆਪ ਜੀ ਤੋਂ ਬਹੁਤ ਪ੍ਰਭਾਵਿਤ ਹੋਏ, ਕਿਉਂਕਿ ਨਾ ਤਾਂ ਹਜ਼ੂਰ ਕਿਸੇ ਨਾਲ ਕੋਈ ਗੱਲ ਕਰਦੇ, ਨਾ ਹੀ ਦੀਵਾਨ ਵਿੱਚ ਕਥਾ ਕੀਰਤਨ ਤੋਂ ਇਲਾਵਾ ਕੁਝ ਹੋਰ ਕਰਦੇ। ਦੀਵਾਨ ਵਿੱਚ ਸਰਦਾਰ ਗੋਪਾਲ ਸਿੰਘ ਜੀ ਹਾਜ਼ਰੀ ਭਰਿਆ ਕਰਦੇ ਸੀ। ਬੜਾ ਸੰਤ ਸੇਵੀ ਅਤੇ ਗੁਰਮੁਖ ਸੀ। ਨਿਰੰਕਾਰ ਦੀ ਬੜੀ ਮਿਹਰ ਸੀ। ਕਈ ਪਿੰਡਾਂ ਦਾ ਮਾਲਕ ਸੀ। ਧਨ ਦੌਲਤ ਦੀ ਕਮੀ ਨਹੀਂ ਸੀ। ਆਮ ਕਰਕੇ ਇਨਸਾਨ ਕੋਲ ਜਦ ਦੁਨੀਆ ਦੀਆਂ ਸਭ ਸੁੱਖ ਸੁਵਿਧਾਵਾਂ ਹੋਣ, ਉਹ ਨਿਰੰਕਾਰ ਨੂੰ ਭੁੱਲ ਜਾਂਦਾ ਹੈ। ਇਸ ਪੱਖੋਂ ਵੀ ਇਸ 'ਤੇ ਨਿਰੰਕਾਰ ਦੀ ਬੜੀ ਕਿਰਪਾ ਸੀ। ਹਿਰਦੇ ਵਿੱਚ ਸਿੱਖੀ ਦੇ ਬੀਜ ਦੇ ਹੋਣ ਤੋਂ ਵੱਡੀ ਹੋਰ ਕਿਹੜੀ ਕਿਰਪਾ ਹੋ ਸਕਦੀ ਹੈ। ਇੰਨੀ ਜ਼ਮੀਨ ਜਾਇਦਾਦ ਦੇ ਮਾਲਕ ਲਈ ਬਾਬਾ ਜੀ ਦੇ ਦਰਸ਼ਨ ਕਰਕੇ ਇਸ ਦੇ ਮਨ ਨੂੰ ਵੀ ਖਿੱਚ ਪਈ। ਕਈ ਵਾਰ ਬਾਬਾ ਜੀ ਨਾਲ ਗੱਲ ਕਰਨੀ ਚਾਹੀ, ਪਰ ਹਿੰਮਤ ਨਾ ਪਈ। ਇੱਕ ਦਿਨ ਹਿੰਮਤ ਕਰਕੇ ਦੀਵਾਨ ਵਿੱਚ ਆਪ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ, ਕਿੱਥੋਂ ਆਏ ਹੋ? ਜਿੱਥੇ ਨਿਰੰਕਾਰ ਲੈ ਜਾਂਦਾ ਹੈ ਉੱਥੇ ਚਲੇ ਜਾਈਦਾ ਹੈ। ਬਾਬਾ ਜੀ ਦੀਵਾਨ ਵਿੱਚ ਗੱਲ ਨਹੀਂ ਸਨ ਕਰਨੀ ਚਾਹੁੰਦੇ, ਪਰ ਸਰਦਾਰ ਹੋਰ ਬੇਨਤੀ ਕਰਨਾ ਚਾਹੁੰਦਾ ਸੀ। ਬਾਬਾ ਜੀ ਨੇ ਪਹਿਲਾਂ ਹੀ ਬਚਨ ਕਰ ਦਿੱਤਾ, ਭਾਈ ਨਿਰੰਕਾਰ ਦਾ ਜਸ ਸੁਣ, ਗੱਲ ਨਾ ਕਰ। ਉਸ ਦਿਨ ਤਾਂ ਸਰਦਾਰ ਦੀ ਬਾਬਾ ਜੀ ਦੇ ਆਸਣ ਜਾਂ ਜਿਹੜੇ ਥਾਂ ਤੋਂ ਆਪ ਜੀ ਆਏ ਸਨ ਬਾਰੇ ਜਾਣਨ ਦੀ ਇੱਛਾ ਮਨ ਵਿੱਚ ਹੀ ਰਹਿ ਗਈ, ਪਰ ਉਹ ਜ਼ਰੂਰ ਜਾਣਨਾ ਚਾਹੁੰਦਾ ਸੀ ਕਿ ਉਸ ਦੇ ਮਨ ਰੂਪੀ ਪਤੰਗੇ ਨੂੰ ਖਿੱਚ ਪਾਉਣ ਵਾਲਾ ਦੀਵਾ ਕਿੱਥੇ ਚਾਨਣ ਕਰ ਰਿਹਾ ਹੈ। ਅਗਲੇ ਦਿਨ ਦੀਵਾਨ ਵਿੱਚ ਆਉਣ ਸਮੇਂ ਮਨ ਵਿੱਚ ਪੱਕੀ ਧਾਰ ਲਈ ਕਿ ਅੱਜ ਜਿਵੇਂ ਮਰਜ਼ੀ ਹੋਵੇ, ਪਤਾ ਜ਼ਰੂਰ ਲਾਉਣਾ ਹੈ ਕਿ ਬਾਬਾ ਜੀ ਕਿਹੜੇ ਸਥਾਨ ਨੂੰ ਭਾਗ ਲਾ ਰਹੇ ਹਨ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸਰਦਾਰ ਬਾਬਾ ਜੀ ਦੇ ਪਿੱਛੇ ਪਿੱਛੇ ਤੁਰ ਪਿਆ। ਜਿਉਂ ਬਾਬਾ ਜੀ ਡੇਰੇ ਤੋਂ ਦੂਰ ਜਾ ਰਹੇ ਸੀ, ਸਰਦਾਰ ਹੈਰਾਨ ਹੋ ਰਿਹਾ ਸੀ ਕਿ ਇੱਧਰ ਤਾਂ ਆਬਾਦੀ ਕੋਈ ਨਹੀਂ। ਬਾਬਾ ਜੀ ਆਬਾਦੀ ਤੋਂ ਦੂਰ ਉਜਾੜ ਵਿੱਚ ਇੱਕ ਦਰਖਤ ਥੱਲੇ ਜਾ ਬੈਠੇ। ਸਰਦਾਰ ਡਰਦਾ ਡਰਦਾ ਕੋਲ ਪਹੁੰਚਿਆ ਤੇ ਮੱਥਾ ਟੇਕਿਆ। ਆ ਭਾਈ ਗੁਰਮੁਖਾ, ਕਿਵੇਂ ਆਉਣਾ ਹੋਇਆ? ਬਾਬਾ ਜੀ, ਤੁਸੀਂ ਇੱਥੇ ਉਜਾੜ ਵਿੱਚ ਬਿਰਾਜ ਰਹੇ ਹੋ। ਸਾਡੇ ਪਿੰਡ ਮਾਛੀ ਸਿੰਘ ਵਾਲੇ ਚਰਨ ਪਾਓ, ਸੇਵਾ ਬਖਸ਼ੋ। ਭਾਈ ਦਾਸ ਤਾਂ ਨਿਰੰਕਾਰ ਦੀ ਰਜਾ ਵਿੱਚ ਇੱਥੇ ਰਾਜੀ ਹੈ। ਤੂੰ ਦੱਸ ਕੀ ਨਿਤਨੇਮ ਕਰਦਾ ਹੈ? ਜੀ, ਨਿਤਨੇਮ ਤਾਂ ਨਹੀਂ ਕਰਦਾ, ਪਰ ਸੰਤਾਂ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਕਰ ਲਈਦੀ ਹੈ। ਅੱਛਾ ਭਾਈ, ਠੀਕ ਹੈ, ਪਰ ਨਿਤਨੇਮ ਜ਼ਰੂਰ ਕਰਨਾ ਚਾਹੀਦਾ ਹੈ। ਨਿਤਨੇਮ ਤੋਂ ਬਿਨਾਂ ਸਭ ਸਿਫਰਾਂ ਹਨ। ਸਤ ਬਚਨ ਜੀ, ਸਰਦਾਰ ਨੇ ਹੱਥ ਜੋੜ ਕੇ ਆਖਿਆ ਤੇ ਫਿਰ ਬੇਨਤੀ ਕੀਤੀ, ਬਾਬਾ ਜੀ, ਸਾਡੇ ਨਗਰ 'ਤੇ ਵੀ ਕਿਰਪਾ ਕਰੋ। ਚੰਗਾ ਭਾਈ, ਜੇ ਇਹੋ ਚਾਹੁੰਦਾ ਹੈ ਤਾਂ ਇਸ ਤਰ੍ਹਾਂ ਕਰ ਕਿ ਪਿੰਡ ਤੋਂ ਬਾਹਰ ਇੱਕ ਭੋਰਾ ਪਟਵਾ ਦੇ। ਸਰਦਾਰ ਪ੍ਰਵਾਨਗੀ ਮਿਲ ਜਾਣ 'ਤੇ ਬਹੁਤ ਖੁਸ਼ ਹੋਇਆ। ਉੱਡਦਾ ਹੋਇਆ ਪਿੰਡ ਪਹੁੰਚਿਆ ਤੇ ਭੋਰਾ ਤਿਆਰ ਕਰਾ ਕੇ ਤਤਕਾਲ ਚਰਨਾਂ ਵਿੱਚ ਆ ਹਾਜ਼ਰ ਹੋਇਆ। ਬਾਬਾ ਜੀ ਨੂੰ ਲੈ ਕੇ ਜਾਣ ਲਈ ਟਾਂਗਾ ਨਾਲ ਲੈ ਆਇਆ ਸੀ। ਮਾਛੀ ਸਿੰਘ ਵਾਲੇ ਪਹੁੰਚ ਕੇ ਬਾਬਾ ਜੀ ਨੇ ਨਿਤਨੇਮ ਬਹੁਤ ਵਧਾ ਦਿੱਤਾ, ਜਿਸ ਕਾਰਨ ਸਰੀਰ ਬਹੁਤ ਕਮਜ਼ੋਰ ਹੋ ਗਿਆ। ਆਵਾਜ਼ ਵੀ ਇੰਨੀ ਮੱਧਮ ਕਿ ਮੁਸ਼ਕਿਲ ਨਾਲ ਹੀ ਸਮਝ ਲੱਗਦੀ। ਮੱਖਣੀ ਸੀਸ 'ਤੇ ਰੱਖਿਆ ਕਰਦੇ ਸਨ, ਜੋ ਨਿਤਨੇਮ ਵੱਧ ਹੋਣ ਕਾਰਨ ਸੀਸ ਵਿੱਚ ਸਮਾ ਜਾਂਦੀ। ਗੋਪਾਲ ਸਿੰਘ ਦਾ ਲੜਕਾ ਦਾਤਾਰ ਸਿੰਘ ਪ੍ਰਸ਼ਾਦਾ ਅਤੇ ਮੱਖਣੀ ਲਿਆਉਣ ਦੀ ਸੇਵਾ ਕਰਦਾ ਸੀ, ਕਿਉਂਕਿ ਉਹ ਇੱਧਰ ਦੀ ਹੀ ਸਕੂਲ ਜਾਂਦਾ ਸੀ। ਬਾਬਾ ਜੀ ਇਸ ਦੀ ਸੇਵਾ 'ਤੇ ਬਹੁਤ ਪ੍ਰਸੰਨ ਸਨ। 2 ਮਹੀਨਿਆਂ ਬਾਅਦ ਆਪ ਜੀ ਨੇ ਇੱਥੋਂ ਜਾਣ ਦੀ ਤਿਆਰੀ ਕਰ ਲਈ। ਜਾਣ ਤੋਂ ਪਹਿਲਾਂ ਆਪ ਜੀ ਨੇ ਸਰਦਾਰ ਗੋਪਾਲ ਸਿੰਘ ਜੀ ਨੂੰ ਬਚਨ ਕੀਤਾ, ਭਾਈ ਗੁਰਮੁਖਾ, ਤੇਰੇ ਪੁੱਤਰ ਨੇ ਬੜੀ ਸੇਵਾ ਕੀਤੀ ਹੈ। ਇਸ ਦੀ ਸੇਵਾ ਨੂੰ ਫਲ ਲੱਗੇਗਾ।
ਇਹ ਸੁਣ ਕੇ ਸਰਦਾਰ ਚਰਨਾਂ 'ਤੇ ਝੁਕ ਗਿਆ। ਇਸ ਤੋਂ ਅੱਗੇ ਦੀ ਕਥਾ ਇਸ ਤੋਂ ਅਗਲੇ ਭਾਗ ਦੇ ਵਿੱਚ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।